ਜਿਹੜੀ ਖੇਤੀਬਾੜੀ ਹੈ ਉਹ ਵੀ ਇਹਨਾਂ ਕੋਲੇ ਬਹੁਤ ਨਾਮਾਤਰ ਜ਼ਮੀਨ ਹੈ। ਕੋਈ ਉਦੋਂ ਇਹਨਾਂ ਨੇ ਜਿਹੜੇ ਫੋਨ ਫਾਨ ਵਗੈਰਾ ਤੇ ਫਾਇਰ ਬ੍ਰਿਗੇਡ ਨੂੰ ਕੀਤਾ ਸੀ? ਹਾਂਜੀ ਹਾਂ, 3-4 ਵਾਰੀ ਕੀਤਾ ਜੀ, ਉਹਨਾਂ ਦਾ ਕੋਈ ਨਹੀਂ ਫੋਨ ਲੱਗਿਆ ਜੀ। आके देखो बीबी आ जा, जब मैं देखे जी बाहर खोले मैं बच्चे कदा कद बाहर कढ़े। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਖੜੇ ਹਾਂ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ ਚੱਠਾ ਨਹੇੜਾ ਪਿੰਡ। ਪਿਛਲੇ ਟਾਈਮ ਤੋਂ 8-10 ਮਹੀਨਿਆਂ ਤੋਂ ਕਹਿ ਲਈਏ ਜਿਹੜੀ ਕਿਸਾਨ ਨੇ ਉਹ ਬਾਰਡਰਾਂ ਤੇ ਕੇਂਦਰ ਸਰਕਾਰ ਦੇ ਨਾਲ ਕਾਲੇ ਕਾਨੂੰਨਾਂ ਦੇ ਖਿਲਾਫ ਲੜ ਰਹੇ ਨੇ। ਕਿਹਾ ਜਾਂਦਾ ਕਿ ਜਿਹੜੀ ਕਿਸਾਨੀ ਹੈ ਇਹਨੂੰ ਹਰ ਪਾਸੋਂ ਚਾਰੇ ਪਾਸੋਂ ਮਾਰਾਂ ਪੈ ਰਹੀਆਂ ਨੇ। ਅੱਜ ਪਿਛਲੇ ਰਾਤ ਦੀ ਗੱਲ ਹੈ ਕਿ ਇੱਥੇ ਇੱਕ ਗਰੀਬ ਕਿਸਾਨ ਦਾ ਜਿਹੜਾ ਡੰਗਰ ਪਸ਼ੂਆਂ ਦਾ ਵਾੜਾ ਬਣਿਆ ਹੋਇਆ ਸੀ ਉੱਥੇ ਅੱਗ ਲੱਗੀ, ਜਿਸ ਨਾਲ ਇੱਕ ਕੁਦਰਤੀ ਕਹਿਰ ਬਹੁਤ ਮਾੜਾ ਹੋਇਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿਸੇ ਜੀਵ ਦੀ ਜਿਹੜੀ ਮੌਤ ਹੋਈ ਅੱਗ ਲੱਗਣ ਨਾਲ। ਤੇ ਉਹ ਪਰਿਵਾਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਮੇਨ ਕਾਰਨ ਕੀ ਹੋਏ ਨੇ ਜਿਹੜੇ ਉੱਥੇ ਅੱਗ ਲੱਗਣ ਦੇ। ਸੋ ਆਓ ਜੀ ਆਪਾਂ ਉਹਨਾਂ ਨਾਲ ਇਸ ਦੀ ਜਾਣਕਾਰੀ ਲੈਂਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਜੀ ਜਿਹੜਾ ਇੱਥੇ ਕੁਦਰਤ ਦਾ ਕਹਿਰ ਹੋਇਆ, ਬਹੁਤ ਮਾੜਾ ਕੰਮ ਹੋਇਆ, ਸਾਰਾ ਜਿਹੜਾ ਗੱਲਬਾਤ ਹੋਈ ਹੈ ਹੋਈ ਕੀ ਹੈ ਕੰਪਲੀਟ? ਇਹਦਾ ਜੀ ਜੋੜ ਕਰਕੇ ਕਾਰਨ ਹੋ ਗਈ ਜੀ, ਅੱਗ ਲੱਗ ਗਈ, ਸੌਂਟ ਹੋ ਗਿਆ ਜੀ, ਉਹਦੇ ਕਾਰਨ ਲੱਗੇ ਜੀ। ਕੋਈ ਆਪਣੀ ਨੇੜੇ ਵਗੈਰਾ ਕਈ ਵਾਰੀ ਮੱਛਰ ਵਗੈਰਾ ਤੋਂ ਆਪਾਂ ਧੂਈਆਂ ਕਰਦਾ ਨੇ, ਉਹਦਾ ਤਾਂ ਨਾ ਉਹ ਨਹੀਂ ਹੈਗੀ ਜੀ, ਤੂਈਆਂ ਨਹੀਂ ਕਰਦੇ ਤੇ ਜੀ, ਤੂਈਆਂ ਨਹੀਂ ਹੈਗੀ ਤੇ ਜੀ, ਉਹ ਤਾਂ ਬਜਾ ਕੇ ਪੈਂਦੇ ਹੁੰਦੇ ਤੇ ਜੀ, ਕਦੇ ਨਹੀਂ ਤੂਈ ਤਾਂ ਅਣਗਹਿਲੀ ਕਰੀ ਤੇ ਜੀ, ਤੂਈਆਂ ਵਜਾਉਂਦੇ ਹੁੰਦੇ ਤੇ ਜੀ। ਪਤਾ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਦੇਖੀਏ ਬਹੁਤ ਇੱਕ ਚਾਹੇ ਪਹਿਲਾਂ ਆਪਣੇ ਕਿਸਾਨਾਂ ਤੇ ਪਹਿਲਾਂ ਹੀ ਮਾਰਾਂ ਪੈਂਦੀਆਂ ਰਹਿੰਦੀਆਂ? हाँ मैं रोज धरने तो आई थी जी रात, मेरे ना बड़ी बेफरी हुई थी, जब बाबदा देखी ना अंदर पैगी। उदू बाद जी मैं कख पा के गई तूं ही लाई है, चंगी मच्छरदानी दब्बी है, कोई ਇਹੋ ਜਿਹੇ ਚਾਂਸ नहीं। 9 ਵਜੇ ਅਸੀਂ ਡੰਗਰਾਂ ਨੂੰ ਦੇਖ ਕੇ ਗਏ। ਉਦੋਂ ਬਾਅਦ ਜੀ ਅਸੀਂ ਪੈ ਗਏ, ਉਦੋਂ ਬਾਅਦ ਅੱਗ ਲੱਗੀ ਹੈ ਜੀ, ਸਾਨੂੰ ਕੋਈ ਪਤਾ ਨਹੀਂ। ਅਸੀਂ 2:30 ਵਜੇ ਉੱਠ ਕੇ ਜਦ ਲਾਈਟ ਸਾਡੇ ਅੰਦਰੋਂ ਕੱਟੀ ਗਈ, ਮੁੰਡਾ ਤਾਹਾਂ ਚੜਿਆ, ਲਾਟਾਂ ਨਿਕਲੀਆਂ ਪਈਆਂ ਜੀ ਅੱਗ ਦੀਆਂ। ਇਹਨੇ ਮੈਨੂੰ ਬੋਲ ਮਾਰਿਆ, ਕਹਿੰਦਾ ਜੀ ਆ ਕੇ ਦੇਖੋ ਬੀਬੀ ਆ ਜਾ। ਜਦ ਮੈਂ ਦੇਖਿਆ ਜੀ ਬਾਹਰ ਖੋਲੇ ਮੈਂ ਬੱਚੇ ਕਦਾ ਕਦ ਬਾਹਰ ਕੱਢ ਕੇ ਜੀ ਜਦ ਦੇਖਿਆ ਗਊ ਦੀ ਮੌਤ ਹੋ ਰਹੀ, ਕੱਟਾ ਮਾਰ ਰਿਹਾ, ਉਹ ਦੇਖ ਮੈਸ ਮੱਚੀ ਪਈ ਹੈ ਜੀ, ਸਾਰਾ ਘਰ ਮੱਚ ਗਿਆ ਜੀ। ਉਹ ਜਿਹੜੀ ਆਪਣੇ ਮੱਝ ਵੀ ਕੋਈ ਸੂਈ ਹੋਈ ਸੀ ਕਿੱਦਾਂ ਸੀ? ਨਾ ਜੀ ਸੂਈ ਹੋ ਜਾਂਦੀ, ਇਹਨੇ ਸੂਣ ਹੈ ਜੀ 5ਵਾਂ ਮਹੀਨਾ ਤੀ ਮੱਝ ਨੂੰ, ਉਹ ਇਹਨੇ ਸੂਣਾ ਤੀ ਜੀ, ਜਿਹੜੀ ਆ ਗਊ ਮਰੀ ਹੈ। ਇਹ 1.5 ਮਹੀਨਾ ਰਹਿੰਦਾ ਜੀ ਸੂਣ ਦਾ ਇਹਦਾ। ਮਤਲਬ ਜਿਹੜੇ ਇਹ ਆਪਣੀ ਜਿਹੜਾ ਪਸ਼ੂ ਸੀ ਗੱਭਣ ਸੀ? ਹਾਂ ਜੀ, ਇਹਦਾ ਬਸ ਸਾਰੀ ਆ 1.5 ਮਹੀਨਾ ਰਹਿੰਦਾ ਜੀ ਸੂਣ ਦਾ ਬੈੜੀ ਦਾ। ਇਹ ਗੱਭਣ ਦੀ ਜੀ ਦੁੱਧ ਦਿੰਦੀ ਤੀ, ਮੈਂ ਕਹੇ ਕਿ ਹਟਾਈ ਆ, ਬਸ ਆ 10 ਦਿਨ ਹੋਏ ਤੇ ਛੱਡੀ ਨੂੰ, ਵੀ ਚੱਲ ਆਪਾਂ ਨੂੰ ਫੇਰ ਨਹੀਂ ਦੁੱਧ ਦੇਣਾ ਹੈਗਾ ਇਹਨਾਂ ਨੇ। ਖੇਤੀਬਾੜੀ ਆਪਾਂ ਕਿੰਨੇ ਕੁ ਜਗ੍ਹਾ ਦੀ ਕਰਦੇ ਹਾਂ? 2 ਏਕੜ ਹੈ ਜੀ ਜ਼ਮੀਨ, ਬਸ 2 ਦੀ ਕਰਦੇ ਜੀ। ਹੁਣ ਕੀ ਲੱਗਦਾ ਆਪਣਾ ਜਿਹੜਾ ਮਨ ਦੇ ਵਿਚਾਰ ਤੁਹਾਡੇ ਕੀ ਨੇ, ਕੀ ਮੰਗ ਹੈ ਤੁਹਾਡੀ? ਸਾਡੀ ਜੀ ਆਹੀ ਮੰਗ ਹੈ ਵੀ ਸਾਡਾ ਦੇਖ ਲਓ ਜੀ, ਗਰੀਬਾਂ ਦਾ ਆ ਕੇ ਦੇਖੋ ਹਾਲ, ਸਾਡਾ ਕੋਠਾ ਸਾਰਾ ਪੱਟਿਆ ਗਿਆ, ਸਾਡਾ ਹੁਣ ਦੁੱਧ ਪੀਣ ਨੂੰ ਕੋਈ ਡੰਗਰ ਨਹੀਂ ਹੈਗਾ ਹੁਣ ਇਸ ਟਾਈਮ, ਸਾਰੇ ਗਰੀਬ ਮਾਰੀ ਹੋ ਗਈ ਜੀ ਸਾਡੀ। ਅਸੀਂ ਤਾਂ ਮੈਂ ਤਾਂ ਜਦੋਂ ਤੜਕੇ ਤਕਰੀਬਨ 3 ਵਜੇ ਅੱਗ ਲੱਗੀ ਹੋ, ਫਿਰ ਉਦੋਂ ਜਿਹੜਾ ਤੁਹਾਨੂੰ ਕਿਵੇਂ ਪਤਾ ਲੱਗਿਆ ਜਾਂ ਲੋਕਾਂ ਦਾ ਕੋਈ ਸਹਿਯੋਗ ਹੋ ਰਿਹਾ? ਲੋਕਾਂ ਨੇ ਜੀ ਸਭ ਨੇ ਯੋਗ ਦਿੱਤਾ ਉਰੇ ਆ ਕੇ। ਜਦ ਅਸੀਂ ਨੇ ਲੌਸਮੈਂਟ ਰੇਡੀਓ 'ਤੇ ਜਾ ਕੇ ਕਰੀਏ ਵੀ ਸਾਡੇ ਘਰ ਨੂੰ ਅੱਗ ਲੱਗ ਗਈ, ਸਾਡੇ ਡੰਗਰ ਮੱਚ ਗਏ, ਉਦੋਂ ਦੁਨੀਆ ਉਰੇ ਆ ਕੇ ਡਿੱਗ ਗਈ ਜੀ, ਵਾਧੂ ਦੁਨੀਆ ਡਿੱਗੀ ਆ ਕੇ ਜੀ। ਸਭ ਨੇ ਪੰਪ ਲਿਆਂਦੇ ਨੇ, ਛੱਤਾਂ ਪੱਟੀਆਂ ਨੇ, ਡੰਗਰ ਸਾਡੇ ਬਾਹਰ ਕੱਢੇ ਨੇ, ਉਦੋਂ ਜੀ ਸਾਡੀ ਫਿਰ ਅੱਗ ਲੋਕਾਂ ਨੇ ਬੁਝਾਈ ਆ ਕੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਇਹਨਾਂ ਦੇ ਕਈ ਆਪਣਾ ਮੇਨ ਕਿਸਾਨਾਂ ਦੇ ਸਿਰਫ 2 ਹੀ ਸਾਧਨ ਹੁੰਦੇ ਨੇ ਆਮ ਆਪਣੇ ਪਿੰਡਾਂ 'ਚ, ਇੱਕ ਖੇਤੀ ਤੇ ਇੱਕ ਡੰਗਰ ਪਸ਼ੂ। ਸੋ ਇਹੀ ਜਦੋਂ 2 ਚੀਜ਼ਾਂ ਤੇ ਜਦੋਂ ਮਾਰ ਪੈਂਦੀ ਹੈ ਤਾਂ ਕਿਸਾਨ ਕਿਸੇ ਪਾਸੇ ਨਹੀਂ ਉੱਠਦਾ। ਇੱਥੇ ਨਾਲ ਆਪਣੇ ਪਿੰਡ ਵਾਲੇ ਵੀ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰ ਬਾਰੇ ਜਾਂ ਇੱਥੋਂ ਦੇ ਹਾਲਾਤਾਂ ਬਾਰੇ। ਬਾਈ ਜੀ ਜਿਹੜਾ ਇਹ ਪਰਿਵਾਰ ਹੈ ਤੁਹਾਡੇ ਪਿੰਡ ਦਾ, ਇਹ ਜਿਹੜਾ ਇਹ ਘਟਨਾ ਵਾਪਰੀ ਹੈ, ਤੁਸੀਂ ਕਦੋਂ ਆ ਗਏ ਸੀ ਇੱਥੇ? ਅਸੀਂ ਤਾਂ ਵੀਰੇ ਸਵੇਰੇ ਜਦੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਉਦੋਂ ਹਾਦਸਾ ਵਾਪਰ ਰਿਹਾ ਸੀ। ਇਹ ਉਸੇ ਟਾਈਮ ਪਿੰਡ ਦੇ ਲੋਕ ਆਏ ਨੇ, ਉਹਨਾਂ ਨੇ ਆ ਕੇ ਤਰਦਤ ਕਰਕੇ ਇਹ ਡੰਗਰਾਂ ਨੂੰ ਕੁਛ ਤਾਂ ਮੱਚ ਗਏ ਸੀ, ਜਲ ਗਏ ਸੀ, ਕੁਛ ਬਾਹਰੇ ਕੱਢੇ ਨੇ। ਤੇ ਆਹ ਤੁਹਾਨੂੰ ਹਾਲਾਤ ਦਿਖ ਹੀ ਰਹੇ ਨੇ ਜੀ, ਗਰੀਬ ਪਰਿਵਾਰ ਹੈ ਜੀ, ਤੂੜੀ ਮੱਚ ਗਈ, ਛੱਤ ਪੱਟ ਗਈ। ਇਹਨਾਂ ਨੂੰ ਐਂ ਵੀ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਜੀ ਕੋਈ। ਜੇ ਕਹੀਏ ਭਾਈ ਪਰਿਵਾਰ ਦਾ ਜਿਹੜਾ ਆਹ ਸਾਰਾ ਸਿਸਟਮ ਆ ਗਿਆ, ਤੁਹਾਡੀ ਕੀ ਹੈ ਸਰਕਾਰ ਤੋਂ ਮੰਗ? ਇਹੀ ਮੰਗ ਹੈ ਜੀ ਵਿਚਾਰਿਆਂ ਦਾ, ਸਰਕਾਰ ਸਹਿਯੋਗ ਕਰੇ। ਤੇ ਨੁਕਸਾਨ ਬਹੁਤ ਮਾੜਾ ਹੋਇਆ ਜੀ, ਗਰੀਬ ਪਰਿਵਾਰ ਹੈ। ਬਾਕੀ ਵਿਧਵਾ ਵਿਚਾਰੀ ਦੇ ਸਿਰ 'ਤੇ ਕੋਈ ਉਹ ਨਹੀਂ ਹੈਗਾ ਵੀ
ਸਰਕਾਰ ਤੋਂ ਇਹੀ ਮੰਗ ਹੈ ਵਿਚਾਰਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਜੀ। ਸੋ ਉਮੀਦ ਕਰਦੇ ਹਾਂ ਕਿ ਉਮੀਦ ਕਰਦੇ ਹਾਂ ਕਿ ਜਿਹੜੇ ਕਿਸਾਨ ਪਰਿਵਾਰ ਦੇ ਜਿਹੜਾ ਦੁੱਖ ਦਰਦ ਹੈ ਉਹ ਪ੍ਰਸ਼ਾਸਨ ਤੱਕ ਜਾਊਗਾ। ਸੋ ਸਰਕਾਰ ਪਹਿਲਾਂ ਵੀ ਜੇ ਕਹੀਏ ਗਰੀਬਾਂ ਦੇ ਸਿਰਫ ਇੱਕ ਕਾਗਜ਼ੀ ਕਾਰਵਾਈਆਂ ਹੋ ਜਾਂਦੀਆਂ ਨੇ ਮੁਆਵਜ਼ੇ ਦੀਆਂ। ਸੋ ਅੱਜ ਦਾ ਟਾਈਮ ਹੈ ਕਿ ਇਹ ਗਰੀਬ ਪਰਿਵਾਰ ਦੇ ਨਾਲ ਆ ਕੇ ਖੜੇ, ਇਹਨਾਂ ਦੇ ਪਰਿਵਾਰ ਦੇ ਤੁਹਾਨੂੰ ਆਪਾਂ ਹਾਲਾਤ ਦਿਖਾ ਰਹੇ ਹਾਂ। ਜੇ ਕਹੀਏ ਪਹਿਲਾਂ ਡੰਗਰਾਂ ਪਸ਼ੂਆਂ ਦਾ ਕਿੰਨਾ ਬੁਰਾ ਹਾਲ ਹੈ, ਜਿਹੜੀ ਖੇਤੀਬਾੜੀ ਹੈ ਉਹ ਵੀ ਇਹਨਾਂ ਕੋਲੇ ਬਹੁਤ ਨਾਮਾਤਰ ਜ਼ਮੀਨ ਹੈ। ਤੇ ਮਾਤਾ ਜੀ ਕੋਈ ਗੱਲ ਨਹੀਂ, ਚਲੋ ਰੋਣ ਵਾਲੀ ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਬੋਲੇ ਮਾੜਾ ਜਾ ਬੋਲੇ ਮਾੜਾ ਜਾ ਮਾਤਾ ਜੀ ਬੋਲ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਦੁੱਖ ਦਰਦ ਇਹ ਤਾਂ ਨੇ, ਇਹ ਹੱਥੀਂ ਸਾਰੇ ਜਿਹੜੇ ਕਿਰਤ ਕਰੀ ਹੁੰਦੀ ਹੈ, ਘਰ ਬਣਾਏ ਹੋਏ ਹੁੰਦੇ ਨੇ ਜਿਨ੍ਹਾਂ ਨੇ ਇਹ ਘਰ, ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਦੀਆਂ ਗੱਲਾਂ ਨੇ। ਮਾਤਾ ਉਹਨਾਂ ਨੇ ਸਿਰ ਜਿਹੜਾ ਸਾਰਾ ਆਪਣੀ ਕਹਿ ਲਈਏ ਪੂੰਜੀ ਇਕੱਠੀ ਕਰਕੇ ਉਹ ਜਿਹੜੀਆਂ ਥੋੜਾ ਜੋੜ ਕੇ ਆਪਣੇ ਡੰਗਰ ਪਸ਼ੂ ਬਣਾਏ ਹੁੰਦੇ ਨੇ ਤੇ ਆਪਣੇ ਘਰ ਬਣਾਏ ਹੁੰਦੇ ਨੇ। ਜਦੋਂ ਉਹਨਾਂ 'ਤੇ ਕੋਈ ਕੁਦਰਤ ਦਾ ਕੋਈ ਕਹਿਰ ਵਰਦਾ, ਚਾਹੇ ਉਹ ਸਿਸਟਮ ਦੀ ਗਲਤੀ ਹੋ ਜਾਂਦੀ ਹੈ। ਸੋ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਤੱਕ ਇਹ ਗੱਲਾਂ ਜਾਣਗੀਆਂ ਤੇ ਇਹਨਾਂ ਦੀ ਜ਼ਰੂਰ ਮਦਦ। ਕਿਸਾਨਾਂ ਤੇ ਕਹਿਰ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਜਿਹੜੀਆਂ ਸਰਕਾਰ ਦੀਆਂ ਕੁਝ ਕੁ ਸਹੂਲਤਾਂ ਦਿੱਤੀਆਂ ਹੁੰਦੀਆਂ ਨੇ ਪਿੰਡਾਂ ਦੇ ਲੋਕਾਂ ਦੇ ਫਾਇਦੇ ਵਾਸਤੇ, ਚਾਹੇ ਉਹ ਫਾਇਰ ਬ੍ਰਿਗੇਡ ਦੀ ਗੱਲ ਕਰ ਲਈਏ, ਚਾਹੇ ਉਹ ਐਂਬੂਲੈਂਸ ਦੀ ਗੱਲ ਕਰ ਲਈਏ, ਬਹੁਤ ਵਾਰੀ ਉਹ ਚੀਜ਼ਾਂ ਸਿਰਫ ਇੱਕ ਨਾਮ ਦੀਆਂ ਨੇ, ਟਾਈਮ ਤੇ ਨਹੀਂ ਆਉਂਦੀਆਂ। ਸੋ ਇੱਥੇ ਆਪਾਂ ਇੱਕ ਪਿੰਡਾਂ ਦੇ ਵਿੱਚ ਹਜੇ ਇਨਸਾਨੀਅਤ ਕਾਇਮ ਹੈ ਕਿ ਮੌਕੇ ਤੇ ਜਦੋਂ ਇਹਨਾਂ ਨੇ ਅਨਾਉਂਸਮੈਂਟ ਕਰਾਤੀ ਸੀ ਤਾਂ ਪੰਪ ਵਗੈਰਾ ਆ ਗਏ ਸੀ। ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਵੀ ਇਹਨਾਂ ਨੇ ਐਂਬੂਲੈਂਸ ਨੂੰ ਜਾਂ ਕਹਿ ਲਈ ਜਾਂ ਫਾਇਰ ਬ੍ਰਿਗੇਡ ਨੂੰ ਫੋਨ ਵਗੈਰਾ ਕੀਤਾ ਸੀ। ਬਾਈ ਜੀ ਜਦੋਂ ਇੱਥੇ ਅੱਗ ਲੱਗੀ ਕਹਿ ਲਓ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ, ਕੋਈ ਉਦੋਂ ਇਹਨਾਂ ਨੇ ਜਿਹੜੇ ਫੋਨ ਵਗੈਰਾ ਤੇ ਫਾਇਰ ਬ੍ਰਿਗੇਡ ਨੂੰ ਕੀਤਾ ਸੀ? ਹਾਂਜੀ ਹਾਂ, 3-4 ਵਾਰੀ ਕੀਤਾ ਜੀ, ਉਹਨਾਂ ਦਾ ਕੋਈ ਨਹੀਂ ਫੋਨ ਲੱਗਿਆ ਜੀ। ਫਿਰ ਇੱਥੇ ਬਾਈ ਜਿਹੜਾ ਜ਼ਿਆਦਾ ਕੰਟਰੋਲ ਉਹ ਕਿਵੇਂ ਕਰਿਆ ਅੱਗ ਤੇ? ਉਹ ਸਾਡੇ ਲਵੇ ਦੇਖੋ ਜੀ ਸਪਰੇਅ ਪੰਪ ਨੇ ਜੀ, ਅਸੀਂ ਪਿੰਡੋਂ 3 ਟਰੈਕਟਰ ਲਿਆਂਦੇ, ਬਟ ਪੰਪ ਭਰ ਕੇ ਲਿਆਂਦੇ ਜੀ। ਮੌਕੇ ਤੇ ਲਵੇ ਸਾਡੇ ਲਵੇ ਮੋਟਰ ਤੇ ਅਸੀਂ ਨੇ ਮੋਟਰ ਚਲਾਈ ਜੀ, ਬਾਲਟੀਆਂ ਨਾਲ ਉਹਦੇ ਵਿੱਚ ਪਾਣੀ ਪਾਇਆ, ਤਾਂ ਕਰਕੇ ਅੱਗ ਕੰਟਰੋਲ ਹੋਈ ਜੀ। ਹੁਣ ਕੋਈ ਜੇ ਕਹਿ ਲਈਏ ਕੋਈ ਪ੍ਰਸ਼ਾਸਨ ਦਾ ਬੰਦਾ, ਕੋਈ ਹੋਰ ਇਦਾਂ ਦਾ ਬਈ ਕੋਈ ਮਹਿਕਮੇ ਨਾਲ ਸੰਬੰਧਿਤ ਜਾਂ ਕੋਈ ਕਿਸੇ ਤਰ੍ਹਾਂ ਅਧਿਕਾਰੀ, ਕੋਈ ਹੁਣ ਕਿਸੇ ਦਾ ਫੋਨ ਵਗੈਰਾ ਕਿਸੇ ਨੇ ਕੋਈ ਪਤਾ ਸਦਾ ਕਰਿਆ? ਨਾ ਜੀ, ਕੋਈ ਨਹੀਂ ਆਇਆ ਜੀ, ਨਾ ਕੋਈ ਮਤਲਬ ਕੋਈ ਪ੍ਰਸ਼ਾਸਨ ਦਾ ਜਾਂ ਕੋਈ ਹੋਰ ਜੀ, ਕੋਈ ਇਦਾਂ ਦਾ ਕੋਈ ਉਹ ਨਹੀਂ ਆਈ ਜੀ। ਸੋ ਆਪਾਂ ਇੱਕ ਇਹ ਚੀਜ਼ਾਂ ਨਾਲ ਕੁਦਰਤ ਦੀ ਕਹਿਰ ਹੁੰਦਾ, ਬਹੁਤ ਮਾੜੀ ਗੱਲ ਹੋਈ ਹੈ। ਪਰ ਇੱਥੇ ਇੱਕ ਪ੍ਰਸ਼ਾਸਨ ਦੀਆਂ ਜਿਹੜੀਆਂ ਸਕੀਮਾਂ ਕਹਿ ਲਈਏ ਜਾਂ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ, ਆਪਾਂ ਟੈਕਸ ਦਿੰਦੇ ਹਾਂ ਸਰਕਾਰਾਂ ਨੂੰ, ਸਾਡੇ ਪੈਸੇ ਨਾਲ ਜਿਹੜੀਆਂ ਸਰਕਾਰਾਂ ਚੱਲਦੀਆਂ ਨੇ। ਪਰ ਜਦੋਂ ਕਦੇ ਸਾਨੂੰ ਆਮ ਕਹਿ ਲਈਏ ਲੋਕਾਂ ਨੂੰ ਮੁਸੀਬਤ ਆਉਂਦੀ ਹੈ ਤਾਂ ਉਹ ਚੀਜ਼ਾਂ ਵੀ ਇੱਥੇ ਕਿਸੇ ਕੰਮ ਨਹੀਂ ਆਉਂਦੀਆਂ ਕਿ ਚਾਹੇ ਉਹ ਆਪਾਂ ਫਾਇਰ ਬ੍ਰਿਗੇਡ ਦੀ ਗੱਲ ਕਰ ਲਈਏ, ਚਾਹੇ ਕਿਸੇ ਤਰ੍ਹਾਂ ਦੀ ਐਂਬੂਲੈਂਸ ਦੀ ਗੱਲ ਕਰ ਲਈਏ। ਸੋ ਨਾ ਹਜੇ ਤੱਕ ਰਾਤ ਦੀ ਘਟਨਾ ਹੋਈ ਹੋਈ ਹੈ, ਸਾਰਾ ਪਿੰਡ ਵੱਡਾ ਹੈ, ਅੱਗੇ ਦੇ ਅੱਗੇ YouTube Facebook ਤੇ ਜਾਂ ਕਹਿ ਲਈਏ WhatsApp ਤੇ ਗੱਲਾਂ ਪਹੁੰਚਦੇ ਨੇ, ਪਰ ਹਜੇ ਤੱਕ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਇਹਨਾਂ ਨੂੰ ਫੋਨ ਆਇਆ, ਨਾ ਹਜੇ ਤੱਕ ਕੋਈ ਹੋਰ ਪਹੁੰਚਿਆ। ਸੋ ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਜਿਹੜੀ ਇਹ ਇਹਨਾਂ ਦੀ ਕਿਸਾਨਾਂ ਦੀ ਜਿਹੜੀ ਦੁੱਖ ਦਰਦ ਕਹਾਣੀ ਹੈ ਉਹ ਪ੍ਰਸ਼ਾਸਨ ਦੇ, ਸਰਕਾਰ ਦੇ ਅੱਖਾਂ ਤੱਕ, ਕੰਨਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਤਾਂ ਕਿ ਇਹ ਗਰੀਬ ਪਰਿਵਾਰ ਨੂੰ ਮੁਆਵਜ਼ਾ ਮਿਲ ਸਕੇ।